अस्सलाम वालेकुम जी दोस्तों, की हाल चाल ठीक ठाक हो, खुशबाश हो। मैं तुहाडा दोस्त फैसल परदेसी, तुसीं वेख रहे हो फैसल परदेसी टीवी। दोस्तों बाबा नसीर साहब ਦੇ ਨਾਲ ਮੌਜੂਦ ਆ ਜੀ। ਕੋਈ ਬੰਦਾ ਕੋਈ ਬੱਚਾ ਨਹੀਂ ਜਿਹੜਾ ਇਹਨਾਂ ਨੂੰ ਨਹੀਂ ਜਾਣਦਾ। ਮਾਸ਼ਾਅੱਲਾ ਮਸ਼ਹੂਰ ਸ਼ਖਸੀਅਤ ਆ, ਇਹਨਾਂ ਦੇ ਕੋਲ ਆਏ ਆ ਜੀ। ਇਹਨਾਂ ਦਾ ਸ਼ੌਕ ਸ਼ਾ ਤੁਹਾਨੂੰ ਵਿਖਾਉਂਦੇ ਆ। ਇਸ ਟਾਈਮ ਮਾਸ਼ਾਅੱਲਾ ਇਹਨਾਂ ਦੇ ਕੋਲ ਰੌਣਕਾਂ ਲੱਗੀਆਂ ਹੋਈਆਂ ਜੀ ਦੋਸਤੋ। 3 ਤੋਂ 4 ਜਾਨਵਰ ਆ, ਬੁਲੀ ਡੌਗਸ, ਮੱਝਾਂ, ਗਾਵਾਂ, ਘੋੜੀਆਂ, ਬੱਕਰੀਆਂ, ਅੱਛੀ ਨਸਲ ਦੀ। ਇਹਨਾਂ ਨਾਲ ਗੱਲਬਾਤ ਕਰਦੇ ਆ, ਤੁਹਾਨੂੰ ਇਹਨਾਂ ਦਾ ਸ਼ੌਕ ਸ਼ਿਕਾਰ ਵਿਖਾਉਂਦੇ ਆ। अस्सलाम वालेकुम। वालेकुम सलाम जी। सर की हाल है बाबा? अल्लाह शुक्र, फैसल तू सुना राजी है। शुक्र अल्लाह पाक दा, बड़ी मेहरबानी तुसीं टाइम दिता। सुनाओ कैसा शौक शिकार जा रहा है? बल्ले जी मौजां लगियां ने। किन्ने क मैच हो गए अपने? मैच इंशाल्लाह जी 3 हो गए। ਕਿਹੜੇ ਗਰੁੱਪ ਨਾਲ? एक हो गया जी ਬੋਤਲਿਆਂ ਨਾਲ ਸਰਕਾਰਾਂ ਨਾਲ, ਅੱਛਾ। ਸਲੀਮ ਅਕਸਰ ਬੋਤਲੇ ਨਾਲ। ਇੱਕ ਨਿਊ ਲਾਹੌਰ ਗਰੁੱਪ ਨਾਲ, ਅੱਛਾ। ਇੱਕ ਪਾਵਰ ਗਰੁੱਪ ਨਾਲ। ਹਾਂਜੀ ਅੱਛਾ ਅੱਛਾ, ਪਾਵਰ ਗਰੁੱਪ। ਇਹ ਇਸੇ ਸੀਜ਼ਨ ਫਿਰ इंशाल्लाह जी। एक 12वें ਦੀ 8 जी, ਅੱਛਾ ਇੱਕ 22 ਜੀ ਦੂਸਰੇ ਦੀ, ਅੱਛਾ 2025, ਇੱਕ 16 ਦੂਸਰੇ ਦੀ। ਅੱਛਾ। ਕੀ ਕਹਿਣਾ ਚਾਹੋਗੇ ਸ਼ੌਕ ਸ਼ਿਕਾਰ ਦੇ ਸ਼ੌਕ ਸ਼ਿਕਾਰ ਜੀ, ਮੈਂ ਤਾਂ ਅੱਗੇ ਗੱਲ ਕੀਤੀ, ਸ਼ੌਕ ਤੇ ਫੈਸਲ ਬੜਾ ਸੀ। ਹਾਂ। ਸਿਆਣੇ ਨੇ ਕਿਹਾ, ਉਹਨੇ ਕਿਹਾ ਭਾ ਕੇ ਨਾ ਵਧਾਇਆ, ਉਹਨੇ ਕਿਹਾ ਰਾਤ ਦੇ ਭੁੱਖਿਆਂ ਨੇ। ਕੋਈ ਨਵੇਂ ਦੋਸਤ ਆਏ ਨੇ ਸ਼ਿਕਾਰ ਦੇ ਵਿੱਚ, ਵੀਰ ਆ ਤੂੰ, ਅੱਛਾ। ਸ਼ਿਕਾਰ ਨੂੰ ਸੁਹਾਗੇ ਹੀ ਮਾਰ ਛੱਡੇ। ਸੁਹਾਗਾ ਮਾਰ। ਤਮੀਜ਼ ਤਹਜੀਬ ਕੋਈ ਨਹੀਂ, ਸਿਰਫ ਇੱਕੋ ਨਮਾਇਸ਼ ਕਰਦੇ ਨੇ। ਕੋਈ ਆਂਦਾ ਮੇਰਾ ਅਨਾਉਂਸ ਨਾ ਕੁੱਕੀ ਜਾਵੇ। ਫੈਸਲ ਖਾਂ, ਮੈਂ ਕਈ ਵਾਰੀ ਗੱਲ ਕਰ ਚੁੱਕਾ, ਮੈਨੂੰ ਦੁਨੀਆ ਦਾ ਅਨਾਉਂਸਰ ਕਹਦੇ ਰਾਣੇ ਨਸੀਰ ਨੇ ਮੈਨੂੰ ਪੈਸੇ ਦੇ ਕੇ ਅਨਾਉਂਸਮੈਂਟ ਕਰਾਈ। ਵਾਹ ਜੀ ਵਾਹ। ਯਾਰ ਵਿੱਚ ਵੜੀਏ ਲੋਕ ਪਛਾਣਨ, ਫਲਾਣਾ ਬੰਦਾ ਆ ਗਿਆ। ਇਹ ਤਾਂ ਸਿਰਫ ਇੱਕੋ ਹੀ ਨਮਾਇਸ਼ ਆ। ਜਦੋਂ ਪਹੁੰਚਾ ਟੰਗਿਆ ਵਾ, ਇਹ ਗੋਲਡ ਲੀਫ ਦੀ ਡੱਬੀ ਫੜੀ ਆ, ਪਤਾ ਨਹੀਂ ਖਾਲੀ ਆ, ਸਿਗਰਟ ਹੈ ਕਿ ਨਹੀਂ ਹੈ, ਅੱਧੀ ਬੋਤਲ ਪਾਣੀ ਦੀ ਫੜੀ ਆ, ਕਦੀ ਐਂ ਟੁਰ ਜਾਂਦੇ, ਕਦੇ ਸ਼ਿਕਾਰ ਤੇ ਬਰਬਾਦ ਹੀ ਕਰਦੇ। ਵਾਹ ਜੀ ਨੂਰਾ ਕੁਸ਼ਤੀ ਹੋਣ ਡਈ ਆ ਜੀ, ਜਿੱਦਾਂ ਸਾਡੇ ਭਲਵਾਨ ਕਰਦੇ ਉਦਾਂ ਹੁਣ ਸਾਡੇ ਸ਼ਿਕਾਰੀ ਕਰਨ ਲੱਗ। ਵਾਹ ਜੀ 7 ਮਿੰਟ ਕੁੱਤਾ ਘੋਲਦਾ ਵਾ, ਇੱਕ ਉਧਰੋਂ ਆਉਂਦਾ ਗੋਲਡ ਲੀਫ ਸਿਗਰਟ ਵੀ ਉਹਨਾਂ ਦੀ ਬਰਾਬਰ ਕਰ ਲਓ। ਵਾਹ। ਕਿਹਾ ਕਿ ਬਰਾਬਰ ਕਰਨੇ ਆ। 20 ਮਿੰਟ ਦਾ ਟਾਈਮ ਆ ਕਿ ਗਰੀਬ ਦਾ ਘੋਲਦਾ ਫੈਸਲ ਤੋਂ 20 ਮਿੰਟ ਤੇ ਆ, ਜਾਂ ਅਮੀਰ ਦਾ ਘੋਲਦਾ। ਦੇਖੋ ਸ਼ੌਕ ਜਿਹੜਾ, ਸ਼ੌਕ ਦੇ ਕੁਛ ਅਸੂਲ ਆ ਯਾਰ। ਵਾਹ ਜੀ। ਹੁਣ ਤੇ ਐਵੇਂ ਨਾ ਛੁੱਟਦਾ ਨਹੀਂ, ਜੇ ਛੱਡਦੇ ਆ ਤੇ ਲੋਕ ਬਹਿਣ ਨਹੀਂ ਦਿੰਦੇ। ਸਿਆਣੇ ਆ ਕੇ ਰੰਡੀ ਢੰਡਾਪਾ ਕੱਢਦੀ ਆ, ਛੜੇ ਨਹੀਂ ਕੱਟਣ ਦਿੰਦੇ। ਤੇ ਲੋਕਾਂ ਕਹਿਣਾ ਰਾਣਿਆਂ ਤੇ ਰੋਟੀ ਨਹੀਂ ਪੈਂਦੀ, ਗੱਲਾਂ ਬੜੀਆਂ ਕਰ। ਸਹੀ ਗੱਲ। ਸ਼ਿਕਾਰ ਦਾ ਤੇ ਮਿਆਰ ਹੀ ਮੁੱਕ ਗਿਆ। ਅਸੀਂ ਤੇ ਖੁਦਾ ਦੀ ਕਸਮ ਕਿਸੇ ਨਾਲ ਗੱਲ ਕਰਨੇ ਗਵਾਰਾ ਨਹੀਂ ਕਰਦੇ। ਕੋਈ ਸ਼ਿਕਾਰੀ ਜਿਹੜੇ ਹੈਗੇ ਉਹਨਾਂ ਨਾਲ ਕਰਨੇ ਆ। ਦੇਖੋ ਨਾ ਕਯੂਮ ਖਾਨ ਸਾਹਿਬ ਆ, ਉਹ ਅੱਲਾ ਤੇ ਮੈਚ ਰੱਖਣਗੇ ਤਾਂ ਅੱਲਾ ਤੈਨੂੰ ਲਫਾਜ਼ ਬੋਲੇ ਬਣਦੇ ਨਾ ਲੰਬਰਦਾਰ। ਫਿਰ ਤੇਰੇ ਕੋਲ ਕੁੱਤਾ ਕੋਈ ਨਾਲ ਕੇ ਕੁੱਤੇ ਮੁੱਲ ਲੈ, ਬਰਦਾਸ਼ਤ ਹੋਵੇ ਬੰਦੇ 'ਚ। ਵਾਹ ਜੀ। ਵੇਖ ਦੋਸਤ ਨੇ ਦੋਸਤ ਨੂੰ ਗੱਲ ਕੀਤੀ, ਸ਼ਿਕਾਰ ਦੀ ਹੱਦ ਤੱਕ ਸੀ। ਲੰਬਰਦਾਰ ਅੱਲਾ ਨੇ ਕੀਤੀ ਗੱਲ ਦਿੱਤੇ ਨੇ, ਸਹੀ ਗੱਲ। ਉਹਨੇ ਅੱਗੋਂ ਬਰਦਾਸ਼ਤ ਕਰਕੇ ਕੁੱਤੇ ਲੈ ਕੇ ਦੁਬਾਰਾ ਮੈਚ ਬਣਾਇਆ। ਬਿਲਕੁਲ ਜੀ ਬਿਲकुल। ਦੇਖੋ ਸ਼ਿਕਾਰ ਦੇ ਵਿੱਚ ਬਰਦਾਸ਼ਤ ਹੈ, ਉਹ ਜਿਹੜੀ ਕਯੂਮ ਖਾਨ 'ਚ ਪਾਈ ਜਾਂਦੀ। ਬਾਕੀ ਅਸੀਂ ਇਹ ਵੀ ਨਹੀਂ ਕਹਿ ਸਕਦੇ ਖਾਨ ਸਾਹਿਬ ਕੋ ਕੁੱਤੇ ਨਹੀਂ ਹੈਗੇ ਜਾਂ ਉਹ ਮਿਆਰੀ ਸ਼ੌਕ ਨਹੀਂ ਉਹਨਾਂ ਦਾ, ਇਹ ਵੀ ਨਹੀਂ ਕਹਿ ਸਕਦੇ। ਦੇਖੋ ਜੀ ਖਾਨ ਸਾਹਿਬ ਇਸ ਵਕਤ ਨਾ ਮੇਰਾ ਉਹਨਾਂ ਵਾਸਤਾ ਕੋਈ ਨਹੀਂ, ਮੇਰੇ ਕੋਲ ਉਹਦਾ ਨੰਬਰ ਕੋਈ ਨਹੀਂ, ਉਹਦਾ ਮੇਰੇ ਕੋਲ ਕੋਈ ਨਹੀਂ। ਸ਼ਿਕਾਰ ਦੀਆਂ ਸ਼ਕਲੋਂ ਸੂਰਤਾਂ ਬੰਦੇ ਹਰ ਇੱਕ ਦੇ ਵਾਕਿਫ ਹੁੰਦੇ ਨੇ। ਭਾਈ ਖਾਲਦ ਨਾਲ ਉਹਦਾ ਬਹੁਤ ਤਲਕ ਆ। ਬਿਲਕੁਲ ਸਹੀ। ਅਗਰ ਕੁੱਤਿਆਂ ਦੇ ਪੈਸਿਆਂ ਦੀ ਗੱਲ ਕਰੀਏ ਤੇ ਖਾਲਦ ਆਪਣਾ ਕਯੂਮ ਕਾ ਜਿਹੜਾ 13 ਕੁੱਤੇ ਪੈਸੇ ਤੋਲ ਕੇ ਵੀ ਲੜਾ ਸਕਦਾ। ਲੜਾ ਸਕਦਾ, ਬਿਲਕੁਲ ਲੜਾ ਸਕਦਾ, ਕੋਈ ਸ਼ੱਕ ਨਹੀਂ। ਲੇਕਿਨ ਉਹ 'ਚ ਇਹ ਗੱਲ ਨਹੀਂ ਹੈ। ਉਹਨੇ ਅੱਜ ਤੱਕ ਇਹ ਗੱਲ ਨਹੀਂ ਕੀਤੀ ਕਿਸੇ ਸ਼ਿਕਾਰੀ ਨੂੰ ਵੀ ਤੇਰਾ ਮੇਰਾ ਪੈਸਿਆਂ ਤੋਂ ਮਿਆਰ ਨਹੀਂ ਬਣਦਾ। ਹਾਂ, ਇਹ ਮੈਂ ਉਹਨੂੰ ਦਾਤ ਦਿੰਦਾ ਵਾਂ। ਬਿਲਕੁਲ ਜੀ। ਤੇ ਲੇਕਿਨ ਹੌਸਲਾ ਬੜਾ ਹੌਸਲਾ। ਦੇਖੋ ਉਹਨੂੰ ਸ਼ਿਕਾਰ ਦੀ ਹੱਦ ਤੱਕ ਬਾਤ ਕੀਤੀ ਅੱਲਾ ਤੇ ਲੰਬਰਦਾਰ ਸਾਹਿਬ ਨੇ ਵੀ ਕਯੂਮ ਕੁੱਤੇ ਮੇਰੇ ਮਿਆਰ ਦੇ ਰੱਖ, ਜਾਂ ਤੇਰੇ ਕੋਲ ਨਹੀਂ, ਉਹਨੇ ਜਾ ਕੇ ਕੁੱਤੇ ਮੁੱਲ ਲੈ ਕੇ ਦੁਬਾਰਾ ਮੈਂ। ਇਹ ਹੈਗੀਆਂ ਸ਼ਿਕਾਰ ਦੀਆਂ ਗੱਲਾਂ। ਸ਼ਿਕਾਰ 'ਚ ਬੰਦਾ ਸ਼ਿਕਾਰ ਵਾਲੇ ਨੂੰ ਕਹਿ ਸਕਦਾ ਯਾਰ ਤੇ ਕੁੱਤਾ ਚੰਗਾ ਨਹੀਂ, ਤੂੰ ਮੈਂ ਕੁੱਤਾ ਮੇਰੇ ਨਾਲ ਕੀ ਲੜਾਉਣਾ। ਇਹ ਕਹਿਣੀ ਚਾਹੀਦੀ ਹੈ, ਕੋਈ ਨਹੀਂ, ਇਹ ਤੇ ਜਾਇਜ਼ ਗੱਲ ਹੈ ਨਾ, ਗਾਲੀ ਨਹੀਂ ਹੈਗੀ। ਤੇ ਲੇਕਿਨ ਕਯੂਮ ਖਾਨ ਬਰਦਾਸ਼ਤ ਕਰਦਾ। ਮੈਂ ਕਹਿੰਦਾ ਵੀ ਹੌਸਲਾ ਕਯੂਮ ਜਿੰਨਾ ਹੋਣਾ ਚਾਹੀਦਾ। ਬਿਲਕੁਲ ਇਸ ਤਰ੍ਹਾਂ। ਤੇ ਕੁੱਤੇ ਨੂੰ ਸਮਝਣ ਵਾਸਤੇ ਅਕਲ ਡਾਕਟਰ ਦਿਮਾਗ ਡਾਕਟਰ ਖਾਤੀ ਦਾ ਹੋਣਾ ਚਾਹੀਦਾ। ਹਾਂਜੀ। ਸ਼ਿਕਾਰੀ ਦੇ ਜਿਹੜੇ 5 ਸੀ ਉਦਾਂ ਅੱਲਾ ਨੂੰ ਪਿਆਰ ਹੋ ਗਏ, ਹੁਣ ਵੀ ਸ਼ਿਕਾਰੀ ਹੈਗੇ ਆ। ਹਾਂਜੀ। ਸ਼ਿਕਾਰੀ ਅਸਲੀ ਨਾ ਕੁੱਤਾ ਇੱਕ ਲੜ ਜਾਣਾ ਨਹੀਂ ਸ਼ਿਕਾਰ। ਫੈਸਲ ਕੁੱਤਾ ਤੇ ਹੈਗਾ ਜੀ, ਵਿਗੜਿਆ ਹੋਵੇ, ਗਲਤ ਹੋ ਜੇ, ਉਹਨੂੰ ਸ਼ਿਕਾਰੀ ਸਵਾਰ ਕੇ ਲੜਾਵੇ, ਉਹਨੂੰ ਸ਼ਿਕਾਰੀ ਕਹਿੰਦੇ। ਵਾਹ ਜੀ ਵਾਹ। ਚੰਗਾ ਥਾਰੇ ਕੇ ਲੜਾ ਲੈਣਾ। ਬਿਲਕੁਲ ਜੀ ਬਿਲकुल। ਚੰਗਾ ਤਾਂ ਤੂੰ ਬੱਚੇ ਨੂੰ ਦੇ ਦੇ, ਬੱਚੇ ਨੇ ਲੜਾ ਲੈਣਾ, ਰੋਟੀ ਪਾਣੀ ਥਾਰ ਬੰਦੇ ਪਾ ਲੈਂਦਾ। ਕੁੱਤਾ ਹੋਵੇ ਅੱਛਾ ਨਸਲੀ, ਕੁੱਤਿਆਂ ਨਸਲੀ ਹੋਣਾ ਜ਼ਰੂਰੀ ਆ। ਫਿਰ ਉਹਦੇ ਟੁੱਕਰ ਦਾ ਬੜਾ ਫਰਕ ਹੈ, ਘਰਾਂ ਦੇ ਟੁੱਕਰ ਦਾ ਬੜਾ ਫਰਕ ਹੈ। ਜਿਹੜਾ ਟੁੱਕਰ ਹੈ ਨਾ, ਇਹਦਾ ਘਰ ਦਾ ਬੜਾ ਫਰਕ ਹੈ। ਹਰ ਇੱਕ ਦੇ ਹੱਥ ਦੀ ਆਪਣੀ ਤਸਵੀਰ ਹੈ। ਹਾਂਜੀ। ਤੇ ਕੁੱਤੇ ਵਿਗੜੇ ਨੂੰ ਸਵਾਰ ਕੇ ਲੜਾਉਣਾ ਨੂੰ ਸ਼ਿਕਾਰ ਕਹਿੰਦੇ। ਵਾਹ ਜੀ ਵਾਹ। ਸ਼ਿਕਾਰ ਕਰੀਏ ਮੁਹੱਬਤਾਂ ਨਾਲ, ਪਿਆਰ ਨਾਲ, ਚੰਗੇ ਤੇ ਚੰਗਾ ਲੜਾਈਏ, ਬੱਤੀ ਤੇ ਬੱਤੀ ਲੜਾਈਏ, ਹਾਰ ਨੂੰ ਹਾਰ ਮੰਨੀਏ, ਜਿੱਤ ਨੂੰ ਜਿੱਤ ਮੰਨੀਏ। ਇਹ ਕੋਈ ਨਹੀਂ ਹੁਣ। ਅੱਛਾ ਰਾਣਾ ਸਾਹਿਬ, ਅਕਸਰ ਬੰਦੇ ਦਾ ਇੰਟਰਵਿਊ ਲੈਣ ਲੱਗੇ ਆ, ਗੱਲ ਹੋ ਜਾਂਦੀ ਆ, ਉਹ ਬੰਦੇ ਕਹਿ ਦਿੰਦੇ ਮੈਨੂੰ ਇਸ ਗੱਲ ਦੀ ਨਹੀਂ ਸਮਝ ਲੱਗਿਆ, ਚੀਚੀ ਇੱਧਰ ਕਰ ਲੈ। ਸ਼ੌਕੀਨ 'ਚ ਤੇ ਸ਼ਿਕਾਰੀ 'ਚ ਕੀ ਫਰਕ ਕੱਢਦੇ ਹੋ? ਦੇਖੋ ਜੀ, ਸ਼ਿਕਾਰੀ ਹੁੰਦਾ ਜਿਹੜਾ ਕੁੱਤੇ ਨੂੰ ਵਿਗੜੇ ਨੂੰ ਬਣਾ ਕੇ ਲੜਾਉਣ ਜਾਂਦਾ, ਕੁੱਤੇ ਦੀ ਨਫਸੀਆਤ ਨੂੰ ਸਮਝਦਾ। ਅੱਛਾ। ਸ਼ੌਕੀਨ ਹੁੰਦਾ ਕੁੱਤੇ ਨੂੰ ਪਿਆਰ ਕਰਦਾ। ਅੱਛਾ। ਸ਼ਿਕਾਰੀ ਦਾ ਸ਼ੌਕੀਨ ਤੇ ਸ਼ਿਕਾਰੀ ਦੋਵੇਂ ਚੀਜ਼ਾਂ ਮਿਕਸ ਹੋਣ ਤੇ ਸ਼ਿਕਾਰੀ ਬਣਦਾ। ਸ਼ਿਕਾਰ ਹੁੰਦਾ ਹੀ ਫੇਰ ਆ। ਸ਼ੌਕੀਨ ਨਾ ਹੋਵੇ ਤੇ ਬੰਦਾ ਫਿਰ ਕੁੱਤੇ ਨੂੰ ਲਾਗੇ ਨਹੀਂ ਆਉਣ ਦਿੰਦਾ। ਬਿਲਕੁਲ ਇਸ ਤਰ੍ਹਾਂ। ਸ਼ੌਕੀਨ ਜਿਹੜਾ ਬੰਦਾ ਉਹ ਕੱਪੜਿਆਂ ਦੀ ਪਰਵਾਹ ਨਹੀਂ ਕਰਦਾ। ਪਹਿਲਾਂ ਕਿਹੜੀ ਰਗ ਹੋਣੀ ਚਾਹੀਦੀ? ਸ਼ੌਕੀਨੀ ਵਾਲੀ, ਉਸ ਤੋਂ ਬਾਅਦ ਬੰਦਾ ਸ਼ਿਕਾਰੀ। ਪਹਿਲਾਂ ਕੁੱਤੇ ਨਾਲ ਮੁਹੱਬਤ ਹੋਵੇ।
ਅੱਛਾ ਫਿਰ ਕੁੱਤੇ ਨਾਲ ਪਹਿਲਾਂ ਮੁਹੱਬਤ ਹੋਵੇ। ਜੇ ਤੁਹਾਨੂੰ ਕਿਸੇ ਚੀਜ਼ ਨਾਲ ਜਦ ਤੱਕ ਮੁਹੱਬਤ ਨਹੀਂ ਨਾ, ਤੁਹਾਡੀ ਵੇਖੋ ਨਾ ਗੱਲ ਨੂੰ ਕਰਦੇ ਕਹਿੰਦਾ ਬੰਦੇ ਕਹਿੰਦੇ ਤੁਸੀਂ ਅਹਿਲੇ ਬੈਤ ਦੀ ਗੱਲ, ਅਗਰ ਤੁਹਾਡੀ ਅਹਿਲੇ ਬੈਤ ਨਾਲ ਪਿਆਰ ਨਹੀਂ, ਤੁਹਾਡੀ ਨਮਾਜ਼ ਨਹੀਂ। ਵਾਹ ਜੀ ਵਾਹ। ਠੀਕ ਹੈ ਨਾ, ਅਗਰ ਤੁਸੀਂ ਅਹਿਲੇ ਬੈਤ ਨਾਲ ਮੁਹੱਬਤ ਰੱਖਦੇ ਫਿਰ ਤੁਹਾਡੀ ਨਮਾਜ਼ ਹੈ। ਵਾਹ ਨਹੀਂ ਤੇ ਸਾਰੀ ਉਮਰ ਮੱਥੇ ਭੰਨ ਲਓ, ਵਾਹ ਜੀ ਅਹਿਲੇ ਬੈਤ ਦੀ ਮੁਹੱਬਤ ਹੋਵੇ ਤੁਹਾਡੀ ਨਮਾਜ਼ ਇਬਾਦਤ ਨਾ ਮੁਕੰਮਲ। ਵਾਹ ਜੀ ਮੇਰੇ ਹੁਣ ਪੀਰ ਸ਼ਫਕਤ ਆਬਾਦ ਸਰਕਾਰ ਆ ਨਾ ਝਾਮਰੇ ਵਾਲੇ, ਉਹ ਝਾਮਰੇ ਬੈਠੇ, ਮੈਂ ਸ਼ੰਕਰ ਬੈਠਾ, ਅੱਛਾ ਮੈਂ ਜੋ ਨਮਾਜ਼ ਪੜ੍ਹਦਾ ਵਾਂ ਤੇ ਮੇਰੀ ਲੱਗਣ ਆ ਮੇਰੀ, ਮੈਂ ਫਾਇਦਾ ਤੁਹਾਨੂੰ ਇੱਕ ਗੱਲ ਦੱਸਾਂ, ਸੈਯਦ ਲਿਬੜਿਆ ਵੀ ਹੋਵੇ, ਰੱਬੇ ਕਾਬਾ ਦੀ ਕਸਮ ਸੈਯਦ ਨਾ ਗਵਾਏ। ਵਾਹ ਜੀ ਵਾਹ। ਵਾਹ ਸਹੀ ਹੀਰਾ ਜਦੋਂ ਢੋਲੋ ਹੀਰਾ ਵਾ। ਵਾਹ ਜੀ ਅਗਰ ਵਾਹ। ਤੁਸੀਂ ਦੁਨੀਆ ਦੇ ਆਖਰੇ ਸਕੂਨ ਚਾਹੁੰਦੇ ਹੋ, ਸੈਯਦ ਦੇ ਕਦਮ ਫੜ ਲਓ। ਵਾਹ ਜੀ ਵਾਹ। ਸੈਯਦ ਤੋਂ ਬਗੈਰ ਜ਼ਿੰਦਗੀ ਨਾ ਮੁਕੰਮਲ। ਵਾਹ ਜੀ ਵਾਹ, ਬੜੀ ਗੱਲ ਕੀਤੀ, ਬੜੀ ਅਗਰ ਸਾਡੀ ਪਹਿਚਾਣ ਆ, ਅਗਰ ਸਲਾਮ ਦੀ ਤਬਲੀਗ ਆ, ਕੁਰਾਨ ਦੀ ਪਹਿਚਾਣ ਆ, ਨਮਾਜ਼ ਦੀ ਪਹਿਚਾਣ ਆ, ਇਨਸਾਨੀਅਤ ਦੀ ਪਹਿਚਾਣ ਆ, ਉਹ ਸੈਯਦ। ਵਾਹ ਜੀ ਵਾਹ। ਵਾਹ ਸੈਯਦ ਕਿਸੇ ਉਹ ਮੈਂ ਕਹਿੰਦਾ ਜਿਤਨਾ ਵੀ ਲਿਬੜਿਆ ਹੋਵੇ ਉਹ ਸ਼ਿਆਦਾ। ਵਾਹ ਜੀ ਨਸੀਰ ਖਾਂ ਉਹਦੇ ਫੇਰ ਵੀ ਪੈਰਾਂ ਦੀ ਮਿੱਟੀ ਤੋਂ ਪੈੜਾ। ਬੇਸ਼ੱਕ, ਕੋਈ ਗੱਲ ਹਾਂ, ਸ਼ੱਕ। ਸੈਯਦ ਲਿਬੜਿਆ ਹੋਵੇ ਨਾ ਤੇ ਨਸੀਰ ਖਾਂ ਉਹਦੇ ਪੈਰਾਂ ਦੀ ਮਿੱਟੀ ਤੋਂ ਪੈੜਾ। ਵਾਹ ਜੀ ਵਾਹ। ਸੈਯਦ ਨੂੰ ਅਗਰ ਤੁਸੀਂ ਅਪਣਾਉਂਦੇ ਹੋ ਨਾ, ਫਿਰ ਤੁਹਾਡੀ ਜ਼ਿੰਦਗੀ ਸੈਯਦਾਂ ਦੀ ਨੌਕਰੀ ਜ਼ਿੰਦਗੀ ਸਵਾਰ ਦੇਸੀ। ਵਾਹ ਜੀ ਸੈਯਦ ਨਾਲ ਪਿਆਰ ਕਰਨਾ ਸਿੱਖ ਲਓ। ਵੇਖੋ ਹੁਣ ਘੋੜਾ ਨਾ ਜੀ, ਮੈਂ 1 ਵਜੇ ਵੀ ਆਉਣਾ ਡੇਰੇ ਤੇ, ਘੋੜੀਆਂ ਨੇ ਮੈਂ ਉਤਰਨਾ ਵਾ, ਉਹ ਘੋੜੇ ਮੇਰੇ ਨੇ ਬੋਲਣਾ ਨੌਕਰਗਾਹ ਦੀ ਨੇ, ਮੈਂ ਉਹਦੇ ਲਾਗੇ ਜਾ ਕੇ ਉਹਨੂੰ ਕਹਿਣਾ ਆਈ ਲਵ ਯੂ, ਉਹਨੇ ਮੂੰਹ ਨਾਲ ਕਰਨਾ, ਉਹਨੇ ਪਾਰ ਕਰਨਾ, ਮੈਂ ਵੀ ਉਹਨੇ ਕਰਨਾ। ਪਹਿਲਾਂ ਤੁਹਾਡੇ ਅੰਦਰ ਮੁਹੱਬਤ ਹੋਣੀ ਚਾਹੀਦੀ। ਅਗਰ ਵੇਖੋ ਨਾ ਇਨਸਾਨ ਨਾਲ ਤੇਰੀ ਮੇਰੀ ਮੁਹੱਬਤ ਹੀ ਨਹੀਂ, ਆਪਾਂ ਜ਼ਿੰਦਗੀ ਕਿਵੇਂ ਗੁਜ਼ਾਰਾਂਗੇ? ਨਹੀਂ ਨਿਕਲ। ਸ਼ਿਕਾਰੀ ਬਾਅਦ ਚ ਪਹਿਲਾਂ ਜਾਨਵਰ ਨਾਲ ਉਹਨੂੰ ਉਸ ਗੱਲ ਦੀ ਉਹਦੇ ਸ਼ੌਕ ਹੋਵੇ, ਸ਼ੌਕੀਨ ਹੋਵੇ, ਵਾਹ ਜੀ ਵਾਹ। ਉਹਦੇ ਅੰਦਰ ਤਹੋਬ ਹੋਵੇ ਕਿ ਯਾਰ ਇਹਨੂੰ ਮੈਂ ਸਵਾਰਨਾ, ਇਹਨੂੰ ਅਪਣਾਉਣਾ। ਜਿਹੜਾ ਸ਼ੌਕੀਨ ਆ ਨਾ ਜੀ, ਸ਼ੌਕੀਨ ਤੇ ਸ਼ਿਕਾਰੀ ਦੋਵੇਂ ਚੀਜ਼ਾਂ ਇਕੱਠੀਆਂ ਹੋਣ ਫਿਰ ਕਿਆ ਸਮਝਦੀ। ਵਾਹ ਜੀ ਵਾਹ। ਜਿਹੜਾ ਸ਼ਿਕਾਰੀ ਸ਼ੌਕੀਨ ਕੱਪੜੇ ਬਚਾਵੇ ਕੁੱਤੇ ਤੋਂ, ਉਹ ਕਾਹਦਾ ਸ਼ੌਕੀਨ ਹੈ? ਉਹ ਸਿਰੇ ਤਮਾਸ਼ਾ ਕਰ। ਤੇ ਜਿਹੜੇ ਬੰਦੇ ਰਾਣਾ ਸਾਹਿਬ ਕੁੱਤੇ ਤੇ ਰੱਖੇ ਆ 15 15 16 16 ਜਾਂ 10 5 1 1 2 2 ਕੁੱਤੇ ਰੱਖੇ, ਲੇਕਿਨ ਕੁੱਤੇ ਨੂੰ ਹੱਥ ਨਹੀਂ ਲਾਣਾ, ਕੁੱਤੇ ਤੋਂ ਨਫ਼ਰਤ ਵੀ ਕਰਨੀ, ਉਹ ਤੁਹਾਡੇ ਖਿਆਲ 'ਚ ਫਿਰ ਉਹ ਨਹੀਂ, ਉਹਨਾਂ ਮਕਾਮ ਨਹੀਂ ਪਾਉਂਦੇ, ਨੰਬਰ ਨੰਬਰ ਸਿਰਫ ਦੱਸਦੇ, ਉਹ ਪੈਸੇ ਸ਼ੋਅ ਕਰਦੇ, ਉਹ ਸਿਰਫ ਪੈਸਾ ਸ਼ੋਅ ਕਰਦੇ, ਉਹ ਆਪਣੇ ਸ਼ੋਅ ਕਰਦੇ, ਆਪਣੀ ਤਮਾਸ਼ ਮਤਲਬ ਨਮਾਇਸ਼ ਬਣਾਉਂਦੇ ਆ। ਹਾਂਜੀ ਦੇਖੋ ਨਾ ਮੈਂ ਵੀ ਮੈਂ ਪੂਰਾ ਜਿਹਾ ਬੰਦਾ ਕੋ, ਮੈਂ ਤੇ ਕਦੀ ਫੜ ਮਾਰੀ ਨਹੀਂ, ਅਲਹਮਦੁਲਿਲਾ ਵਾਸਦਾ ਬੈਠਾ, ਕਮੀ ਕੋਈ ਨਹੀਂ ਗੀ, ਬਿਲਕੁਲ ਕਰੋੜਾਂ ਅਰਬਾਂ ਸ਼ੁਕਰ। ਬਿਲਕੁਲ ਜੀ ਬਿਲਕੁਲ। ਜਾਨਵਰ ਵੀ ਆ, ਇੱਜ਼ਤ ਸਭ ਤੋਂ ਪਹਿਲਾਂ ਇੱਜ਼ਤ ਆ, ਤੰਦਰੁਸਤੀ। ਦੂਜੀ ਬਾਤ ਇਹ ਆ ਨਾ ਜੀ, ਮੈਂ ਬਹੁਤਾ ਨਹੀਂ ਪਾਉਂਦਾ ਤੇ ਬੋਸਕੀਆ ਸੂਟ ਮੈਂ ਪਾ ਲੈਣਾ। ਵਾਹ ਜੀ ਮੈਂ ਨਾ ਬੈਠਾ ਹਾਂ, ਨਹਾ ਧੋ ਕੇ ਪੱਗ ਬੰਨ ਕੇ, ਮੇਰਾ ਬੱਚਾ ਕੁੱਤਾ ਨਵਾ ਕੇ ਲਾਉਂਦਾ, ਕੁੱਤਾ ਆਣ ਕੇ ਮੈਨੂੰ ਚੰਬੜਦਾ, ਮੈਂ ਕਦੀ ਫੈਸਲ ਪਰੇ ਨਹੀਂ ਕੀਤਾ। ਹਾਏ ਹਾਏ, ਕੱਪੜਿਆਂ ਨੂੰ ਨਹੀਂ ਵੇਖਣਾ। ਜੇ ਅੱਜ ਤੋਂ ਮਤਲਬ ਇਸ ਦੁਨੀਆ 'ਚ ਲੋਕ ਬਹੁਤ ਤਰਜੀਹ ਦਿੰਦੇ ਬੋਸਕੀ, ਬਹੁਤ ਦਿੰਦੇ ਬਹੁਤ ਦਿੰਦੇ। 2 ਘੋੜਾ ਬੋਸ ਕਹਿਣਾ, ਤੂੰ ਕਿਹੜੀ 2 ਘੋੜਾ ਪਾਈ ਆ? ਮੈਂ ਪਾ ਇਹ ਕੇ ਮਿਸਾਲ ਬਣੀ ਹੁੰਦੀ ਮਿਸਾਲ ਸੀ ਬਣੀ ਆ। ਉੱਥੇ ਮੈਂ ਬੈਠਾ ਤੇ ਸੂਟ ਮੈਂ ਪਾਇਆ ਤੇ ਕੁੱਤਾ ਨਵਾ ਕੇ ਨਿਕਲਿਆ, ਮੇਰਾ ਕੱਕਾ ਮਾਰ ਅੱਛਾ। ਕੁੱਤੇ ਨਾਲ ਕੇ ਨਾ ਮੇਰੇ ਨਾਲ ਜੱਫਾ ਪਾ ਲਿਆ, ਲਿਬੜ ਗਿਆ। ਮੇਰੇ ਪਿੰਡ 'ਚ ਇੱਕ ਬਹੂ ਜਾਣਦੀ, ਆਪਣੇ ਖਾਮਦ ਨੂੰ ਆਖਿਆ, ਅੱਛਾ ਇਹਨੂੰ ਆਂਦੇ ਸ਼ੌਕ। ਯਾਰ ਸ਼ੌਕ ਕੱਪੜਾ ਦਾ ਕੀ ਵੇਖਦਾ, ਇਸ਼ਕ ਦੀ ਦਾਤ ਨਹੀਂ ਪੁੱਛਦਾ, ਨਹੀਂ ਪੁੱਛਦਾ। ਇਸ਼ਕ ਕਦੀ ਦਾਤ ਨਹੀਂ, ਬਿਲਕੁਲ ਇਸ ਸ਼ੌਕ ਇੱਕ ਇਸ਼ਕ ਵਾ। ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ। ਜਿੱਦਾਂ ਬਗੈਰਤ, ਕੰਜਰ ਤੇ ਮੁਨਾਫਿਕ ਦੀ ਇੱਕੋ ਹੀ ਕਿਸਮਾਂ ਨੇ, ਇੱਕੋ ਹੀ ਟੈਂਸ ਵਾ। ਹਾਂ ਇਸ਼ਕ ਦੀਆਂ ਵੀ 2-3 ਕਿਸਮਾਂ ਨੇ। ਵਾਹ ਜੀ ਵਾਹ। ਜਾਨਵਰ ਨਾ ਵਾ, ਬੰਦੇ ਨਾ ਵਾ। ਮੇਰੇ ਸਭ ਤੋਂ ਪਹਿਲਾਂ ਅੱਲਾਹ ਪਾਕ ਨਾਲ, ਅੱਲਾਹ ਦੇ ਰਸੂਲ ਨਾਲ, ਜੇ ਨਾ ਇਸ਼ਕ ਇੱਕ ਮਤਲਬ ਫਿਕਰੀ ਸਵਾਲ ਹੈ। ਇਸ਼ਕ ਜਦੋਂ ਹੁੰਦਾ ਹੈ, ਨਾ ਕੌਮ ਵੇਖਦਾ, ਨਾ ਪੈਸੇ ਵੇਖਦਾ, ਨਾ ਸ਼ਕਲ ਵੇਖਦਾ, ਨਾ ਸੂਰਤ ਵੇਖਦਾ। ਹਾਏ ਹਾਏ ਹਾਏ। ਠੀਕ ਹੈ ਨਾ ਜੀ। ਮੈਂ ਗੇੜੇ ਕੱਢਦੇ ਵੇਖੇ ਨਹੀਂ ਰਹੇ ਬੰਦੇ ਗੱਡੀਆਂ ਦੇ, ਔਰਤਾਂ ਨੂੰ ਉਹਦੇ ਕੰਨਾਂ ਤੇ ਨਹੀਂ ਮੂਤਰਿਆ, ਤੇ ਜਦੋਂ ਉਹਨਾਂ ਦੇ ਮਨ ਦੀ ਬਾਤ ਬਣੀ ਆ, ਉਹ ਭਾਵੇਂ ਕਾਗਜ਼ਾਂ ਤੇ ਆ ਗਏ। ਕਾਗਜ਼ ਬਿਲਕੁਲ। ਇਹ ਆਪਣੀ ਬਾਤ। ਬਾਦਸ਼ਾਹਾਂ ਦੇ ਬੱਚੇ ਪੱਖੀਆਂ ਵਾਸਾ ਬੱਚਿਆਂ ਦੇ ਪਿੱਛੇ ਦਲੀਲ ਹੋਏ, ਦੇਖੇ ਇਸ਼ਕ ਦੀ ਆਪਣੇ, ਉਹ ਇਸ਼ਕ ਵਾ, ਬਿਲਕੁਲ ਜ਼ਲੀਲ ਨਹੀਂ ਹੋਏ, ਉਹ ਇਸ਼ਕ ਵਾ। ਜਿਹੜਾ ਇਸ਼ਕ ਆ ਨਾ, ਉਹਨੂੰ ਇਸ਼ਕ ਅੰਨਾ ਹੁੰਦਾ ਹੈ। ਬਿਲਕੁਲ ਇਸ ਤਰ੍ਹਾਂ ਹੀ। ਤੇ ਸ਼ੌਕ, ਜਿਹੜਾ ਸ਼ੌਕ ਤੇ ਇਸ਼ਕ ਅੰਨਾ ਹੈ, ਸ਼ੌਕ ਦੇ ਇਸ਼ਕ ਦੀ ਇੱਕੋ ਹੀ ਕਿਸਮ ਹੈ। ਸ਼ੌਕ ਦੀ ਤੇ ਇਸ਼ਕ ਦੀ ਇੱਕੋ ਹੀ ਕਿਸਮ ਹੈ। ਬਿਲਕੁਲ। ਸ਼ੌਕ ਇਸ਼ਕ ਜਿਹੜਾ ਉਹ ਵੀ ਉਜਾੜਦਾ ਹੈ, ਤੇ ਸ਼ੌਕ ਵੀ ਉਜਾੜਦਾ ਹੈ। ਤੇ ਜਿਹੜੇ ਵੈਸੇ ਨਾਮ ਬਣਾਉਣ ਆਏ ਆ, ਉਹ ਤੇ ਵੈਸੇ ਉੱਜੜ ਜਾਣਗੇ। ਨਹੀਂ ਉਹਨਾਂ ਕੋਈ ਉਜੜਨਾ ਕੋਈ ਨਹੀਂ, ਉਹਨਾਂ ਸ਼ਾਹ ਵਾਲਾ ਵੀ ਨਹੀਂ ਕਰਨਾ। ਉਜੜਨ ਤੇ ਉਹਨੇ ਛੱਡ ਦੇਣੇ। ਉਹੀ ਨਾ, ਉਹ ਇਹ ਘੋੜਿਆਂ ਦੇ ਲੱਤੇ ਘੋੜੇ ਹੀ ਸਹਿਣੇ ਆ। ਮੇਰੀ ਗੱਲ ਸੁਣ ਲਾ, हजारों साल नरगस अपनी बेनूरी पे रोती है, बड़ी मुश्किल से होता है चमन में दीदावर पैदा। वाह जी। ये ਜਿਹੜੇ ਲੋਕ ਤਮਾਸ਼ਾ ਕਰਦੇ ਨਾ, हाँ ਇਹ ਦਿਹਾੜੀ ਡੰਗ ਦੇ ਪਾਉਣੇ ਹੁੰਦੇ। वाह जी वाह। ਇਹ ਸੂਰਮੇ ਸੱਟਾਂ ਖਾਣੀਆਂ ਨੇ, ਸ਼ੌਕ ਤੇ ਇਸ਼ਕ ਦੀਆਂ ਸੱਟਾਂ ਸੂਰਮੇ ਹੀ ਖਾਣੀਆਂ। वाह जी वाह। ਇੱਕ ਪਹਿਲਾਂ ਇੱਕ ਮਿਸਾਲ ਹੁੰਦੀ ਸੀ ਨਾ, ਬੀਬੀ ਨੂੰ ਘਰ ਦੇ ਲੜਨਾ ਨਾ, ਤੇ ਉਹਨੇ ਕਹਿਣਾ ਮੈਂ 100 ਪੱਗ ਨਾ ਆਈ ਆ, ਤੇ ਹੁਣ ਆਂਦੀ ਮੈਂ 100 ਛਿੱਤਰ ਨਾ ਆਈ ਆ, ਮੈਂ ਟੁਰ ਜਾਣੀ ਆ। ਫਰਕ ਇੰਨਾ ਵਾ ਸਿਰਫ, ਨਵੇਂ ਚੌੜ ਦਾ ਤੇ ਮਿਆਰੀ ਚੌੜ ਦਾ ਇੰਨਾ ਫਰਕ। वाह जी। ਸਾਡਾ ਪਰਸੇ ਗੁਜ਼ਰ ਹੋਇਆ ਲਾਹੌਰ ਦੇ ਵਿੱਚ, ਉਸ ਬੰਦੇ ਦੇ ਹਾਲਾਤ ਮੇਰੇ ਨੂੰ ਡਾਊਨ ਸੀ। ਜਦੋਂ ਗਏ ਤਾਂ ਉਹਨੇ ਚੌਰੀ ਨਵਾਬਾਂ ਵਾਲਾ ਇੰਤਜ਼ਾਮ ਕੀਤਾ। ਯਾਰ ਨਵਾਬ ਹੀ ਹੁੰਦੇ ਆ, ਨਵਾਬ ਹੀ ਗੋਸ਼ ਬੋਝ ਜਾਵੇ ਦਾਲ ਤੋਂ ਭੈੜਾ ਨਹੀਂ ਹੁੰਦਾ। ਵਾਹ ਜੀ ਵਾਹ। ਨਵੇਂ ਚੌਧਰੀ ਬੰਦੇ ਕਦੀ ਪਿੰਡ ਨਹੀਂ ਜਿੱਤਦੇ, ਐਵੇਂ ਗੱਲਾਂ ਨੇ। ਫਿਰ ਕੁਰਾਨ ਦੀ ਕਸਮ ਮਾਰ ਖੋਣਾ ਜਿਤਨਾ, ਜਿਹੜੀ ਰੇੜੀਆਂ ਨਾ ਗੱਡਾਂ ਖਿੱਚਦੇ ਸਾਡੇ ਜ਼ਿਮੀਂਦਾਰ ਰੇੜੀਆਂ ਚੋਨੇ, ਹਾਂ ਇਹ ਝੋਟੇ ਜਿਨ੍ਹਾਂ ਨੂੰ ਕੰਨ ਪਏ ਹੋਣ ਨਾ, ਰੇੜੀਆਂ ਉਹਨੇ ਖਿੱਚਣੀਆਂ। ਵਾਹ ਜੀ ਇਹ ਚੌਧਰਾਂ ਦੀ ਰੇੜੀਆਂ ਅੱਲਾਹ ਦੇ ਫਜ਼ਲ ਨਾਲ ਕੰਨ ਪਿਆ ਨੇ ਖਿੱਚਣੀਆਂ। ਵਾਹ ਜੀ ਵਾਹ। ਅਸੀਂ ਮੌਲਾ ਅਲੀ ਦੇ ਮੰਨਣ ਵਾਲੇ ਆ,
ਸਾਨੂੰ ਕੰਨ ਪਾਇਆ ਸਰਕਾਰ ਨੇ, ਅਸੀਂ ਇਨਸ਼ਾਅੱਲਾ ਖਿੱਚਾਂਗੇ ਦਿਹਾੜੀ ਡੰਗ ਦੇ ਪ੍ਰਾਹੁਣੇ। ਤੁਹਾਡੇ ਵਾਲੀ ਗੱਲ ਰਾਣਾ ਸਾਹਿਬ ਬੜਿਆਂ ਨੇ ਚਲਾਉਣ ਦੀ ਕੋਸ਼ਿਸ਼ ਕੀਤੀ, ਕਿਸੇ ਦੀ ਨਹੀਂ ਚੱਲੀ। ਜਿਹਦੀ ਇਹ ਚੱਲੀ ਕੁਦਰਤ ਉਹਦੀ ਆ। ਬੰਦੇ ਦੇ ਵਿੱਚ ਨੂਰ ਵੇਖੋ ਮੈਂ ਵੀ ਇੱਥੇ ਦਾ ਫਾਇਦਾ, ਤੂੰ ਵੀ ਇੱਥੇ ਸਾਂ, ਤੂੰ ਮੇਰਾ ਪੁੱਤਰ ਆ। ਵੇਖੋ ਸ਼ੌਕ, ਇੱਕ ਇੱਜ਼ਤ, ਸ਼ੋਹਰਤ ਤੇ ਦੌਲਤ, ਬਿਲਕੁਲ ਇਹ ਤਿੰਨ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ, ਇੱਕ ਚੀਜ਼ ਛੱਡਣੀ ਪੈਂਦੀ। ਇੱਕ ਛੱਡਣੀ। ਮੈਂ ਸ਼ੋਹਰਤ ਇੱਜ਼ਤ ਰੱਬ ਨੇ ਮੈਨੂੰ ਦੇਤੀ ਹੈ, ਦੌਲਤ ਮੇਰਾ ਗੁਜ਼ਾਰਾ ਹੋ ਰਿਹਾ। ਤੈਨੂੰ ਅੱਲਾ ਰੋਜ਼ੀ ਦੇਣੀ ਸੀ, ਮੈਨੂੰ ਅੱਲਾ ਨੇ ਮਕਾਮ ਦੇਣਾ ਸੀ। ਵਾਹ ਜੀ, ਦੋ ਗੱਲਾਂ ਦੀ ਫੈਸਲ। ਬਿਲਕੁਲ ਇਸ ਤਰ੍ਹਾਂ, ਠੀਕ ਹੈ ਨਾ ਜੀ। ਬਿਲਕੁਲ ਇਸ ਤਰ੍ਹਾਂ। ਜਦ ਤੱਕ ਮੇਰਾ ਮਾਲਕ ਫਰਮਾਂਦਾ ਵਕਤ ਤੋਂ ਪਹਿਲੋਂ ਨਹੀਂ, ਮੈਂ ਕਦਰ ਤੋਂ ਜ਼ਿਆਦਾ ਨਹੀਂ। ਵਾਹ ਜੀ, ਮੈਨੂੰ ਉਹਨੇ ਇੱਜ਼ਤ ਦੇਣੀ ਸੀ ਫੈਸਲ। ਪੈਂਟ ਵੀ ਕੁੱਤਿਆਂ ਦੇਣ ਦੇ, ਰੱਬ ਨੇ ਮੈਨੂੰ ਆਖਿਆ ਨਹੀਂ ਗੱਲਾਂ ਦਨਾਈ ਦੀਆਂ ਕਰ। ਹੁਣ ਵੇਖ, ਅਕਲਮੰਦ ਦੀ ਅਕਲ ਖੁਆਰ ਹੋਈ, ਜਹਲ ਜੱਗ ਨੂੰ ਮੱਤੀ ਦੇਣ ਲੱਗੇ, ਅਕਲਮੰਦ ਦੀ ਅਕਲ ਖੁਆਰ ਹੋਈ। ਇੱਕ ਪੀਰ ਵਾਰਿਸ ਸ਼ਾਹ ਦਾ ਸ਼ੇਰ ਹੈ, ਉਦੋਂ ਫੌਜ ਦਾ ਮਾਨ ਦੀ ਨਸ ਚੱਲੀ, ਜਦੋਂ ਤਮਾ ਤੇ ਹਿਰਸ ਨੇ ਜ਼ੋਰ ਕੀਤਾ। ਕਾਂ ਬਾਗਾਂ 'ਚ ਕੰਨ ਕਲੋਲ ਲੱਗੇ, ਕੂੜਾ ਫੋਲਣੇ ਤੇ ਜਦੋਂ ਮੋਰ ਕੀਤਾ। ਵੇਖ ਜਿਨ੍ਹਾਂ ਨੇ ਚਵਲਾਂ ਮਾਰੀਆਂ, ਜਿਹੜੇ ਬਣਾਉਂਦੇ ਨੇ ਫਿਲਮਾਂ ਹਾਂਜੀ, ਡਰਾਮੇ ਸ਼ਾਮੇ, ਉਹ ਪਰਾਡੋ ਦੇ ਫਿੰਡੇ ਆ। ਅਸੀਂ ਤਬਲੀਗ ਕੀਤੀ, ਅਸੀਂ ਦਨਾਈ ਦਿੱਤੀ ਆ, ਅਸੀਂ ਮੋਟਰਸਾਈਕਲ ਵੀ ਲਿਆ ਇਸ ਕੰਮ ਵਾਹ ਜੀ ਵਾਹ ਜੀ। ਠੀਕ ਆ ਜੀ। ਜਿਹੜੇ ਬੌਂਗੀਆਂ ਮਾਰਦੇ, ਜਿਹੜੀਆਂ ਚਵਲਾਂ ਵਾਲੀਆਂ ਬਣਾਉਂਦੇ ਨੇ, ਮਤਲਬ ਵੀਡੀਓ ਬਣਾਉਂਦੇ ਨੇ, ਉਹਨਾਂ ਥੱਲੇ ਪਰਾਡੋ ਨੇ। ਅਸੀਂ ਅਲਹਮਦੁਲਿਲਾ, ਅਸੀਂ ਅੱਲਾਹ ਕੁਰਾਨ ਤੋਂ ਬਾਹਰ ਕਦੀ ਵੀ ਗੱਲ ਨਹੀਂ ਕੀਤੀ, ਸ਼ੁਕਰ ਜਿੰਨਾ ਮਰਜ਼ੀ ਕਰ ਲਈ। ਲੇਕਿਨ ਅੱਲਾਹ ਨੇ ਅਰਬਾਂ ਖਰਬਾਂ ਵਰਗੀ ਇੱਜ਼ਤ ਨਹੀਂ ਜੀ, ਮੈਂ ਉਸ ਮਾਲਕ ਦਾ ਜਿੰਨਾ ਮੈਨੂੰ ਦਿੱਤਾ ਕਿਸੇ ਨੂੰ ਨਹੀਂ ਦਿੱਤਾ। ਵਾਹ ਜੀ। ਮੈਨੂੰ ਦੌਲਤ, ਮੇਰੀ ਇੱਜ਼ਤ ਦੌਲਤ ਸੀ, ਮੈਨੂੰ ਅੱਲਾਹ ਨੇ ਦਿੱਤੀ। ਬੰਦੇ ਤਰਸਦੇ ਨੇ। ਤੇ ਨਾਲੇ ਇੱਕ ਹੋਰ ਗੱਲ ਆ, ਮੈਂ ਸਭ ਤੋਂ ਵੱਡੀ ਮੇਰੀ ਇੱਕੋ ਹੀ ਖਾਸ ਸੀ, ਮੈਨੂੰ ਲੋਕ ਅਹਿਲੇ ਬੈਤ ਦਾ ਕੁੱਤਾ ਕਹਿਣ ਉਹ ਕਹਿੰਦੇ ਆ। ਆਏ ਹਾਏ, ਮੈਂ ਜੋ ਮੰਗਿਆ ਮੈਨੂੰ ਦੇ ਛੱਡਿਆ। ਮੇਰੀ ਪਹਿਚਾਨ ਹੀ ਅਹਿਲੇ ਬੈਤ, ਮੇਰੀ ਆਨ ਅਹਿਲੇ ਬੈਤ, ਮੇਰੀ ਸ਼ਾਨ ਅਹਿਲੇ ਬੈਤ, ਮੇਰੀ ਜ਼ਿੰਦਗੀ ਹੈ। ਵੇਖੋ ਜੀ, ਮੈਂ ਤੇ ਗੱਲ ਕਹਿ ਕਿ ਮੇਰਾ ਜਨਾਜ਼ਾ ਅਹਿਲੇ ਬੈਤ ਵਾਲੇ ਕਰਾਉਣਗੇ, ਮੇਰਾ ਮੌਲਵੀ ਜਨਾਜ਼ਾ ਨਹੀਂ ਕਰਾਏ। ਜਿਹੜਾ ਅਹਿਲੇ ਬੈਤ ਨੂੰ ਨਹੀਂ ਮੰਨਦਾ, ਮੇਰੇ ਜਨਾਜ਼ੇ ਨਾ ਆਵੇ। ਵਾਹ ਜੀ ਵਾਹ। ਜਿਹੜਾ ਅਹਿਲੇ ਬੈਤ ਦਾ ਮੁਨਕਰ ਹੋਵੇ, ਮੇਰਾ ਜਨਾਜ਼ਾ ਨਾ ਪੜੇ। ਵਾਹ ਜੀ ਵਾਹ। ਅਸੀਂ ਤੇ ਅਹਿਲੇ ਬੈਤ ਦੇ ਨੌਕਰ ਆ, ਬਸ ਸਾਡੀ ਇੰਨੀ ਪਹਿਚਾਨ ਆ ਸਾਡੇ ਘਰ। ਬੜੀ ਗੱਲ। ਤੇ ਨਾਲੇ ਵੀ ਬੱਚਿਆਂ ਨੂੰ ਆਖਿਆ ਕਿ ਪੁੱਤਰਾ, ਜਿੱਥੇ ਅਹਿਲੇ ਬੈਤ ਦੀ ਬਹਿਸ ਦੀ ਗੱਲ ਹੈ, ਉੱਥੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਨੀ। ਬੱਚੀਆਂ ਪੜ੍ਹਦੀਆਂ ਸਕੂਲ 'ਚ ਲੜੀਆਂ ਨੇ। ਵਾਹ। ਇਸ ਗੱਲ ਤੋਂ ਪ੍ਰਿੰਸੀਪਲ ਤੱਕ ਗੱਲ ਗਈ, ਉਹਨੇ ਕਿਹਾ ਇਹ ਬਕਵਾਸ ਕਰ ਰਹੀ ਸੀ, ਜਜ਼ੀਰ ਨੂੰ ਤਰਜੀਹ ਦੇ ਰਹੇ ਸੀ। ਸਾਡੇ ਖੂਨ ਦੀ ਗੈਰਤ, ਅਸੀਂ ਅਹਿਲੇ ਬੈਤ ਦੇ ਨੌਕਰ, ਬਸ ਸਾਡੀ ਜਾਨ ਜਾਵੇ, ਅਹਿਲੇ ਬੈਤ ਦਾ ਸਾਡਾ ਤਲਕ ਨਾ ਜਾਵੇ। ਵਾਹ ਜੀ ਵਾਹ। ਇਸ ਤੋਂ ਵੱਡੀ ਖੁਸ਼ੀ ਕਿਹੜੀ ਕਿ ਅਹਿਲੇ ਬੈਤ ਤੋਂ ਕੁਰਬਾਨ ਹੋ ਜੀ। ਗੱਲ ਫਿਰ ਉੱਥੇ ਰਾਣਾ ਸਾਹਿਬ ਤੁਹਾਡੇ ਵਾਲੀ ਇਸ਼ਕ ਦੀ, ਜਨੂਨ ਅੰਦਰ ਮਾਦਾ ਹੋਣਾ ਚਾਹੀਦਾ। ਸਾਡਾ ਆਖਰੀ ਜਨੂਨ ਮੇਰੀ ਫੈਮਿਲੀ, ਜਿੱਥੇ ਮੇਰੇ ਘਰ ਦਾ ਖੂਨ ਆ, ਅਸੀਂ ਅਹਿਲੇ ਬੈਤ ਦੇ ਕੁੱਤੇ ਹਾਂ। ਲੋਕ ਤਾਂ ਕਹਿੰਦੇ ਵੀ ਅਹਿਲੇ ਬੈਤ ਦੇ ਨੌਕਰ ਹੋ ਤੇ ਬੜਾ ਦਰਜਾ ਨਾ। ਮੈਂ ਬੀਬੀ ਦੇ ਦਰ ਦਾ ਕੁੱਤਾ ਸਾਈ, ਮਾਸ਼ਾਅੱਲਾ। ਮੈਂ ਬੀਬੀ ਦਰ ਦਾ ਕੁੱਤਾ। ਸ਼ਫਕਤ ਬਾਦ ਸਰਕਾਰ ਨਾ ਝਾਮਰੇ ਵਾਲੇ, ਤੇ ਮੈਂ ਅੱਜ ਮੈਂ ਰੋਕਦੇ ਹੁੰਦੇ ਨੇ, ਹੁੰਦੇ ਨਹੀਂ ਸੀ। ਤੇ ਮੈਂ ਕਿਹਾ ਸਰਕਾਰ ਨਜ਼ਰੇ ਕਰਮ ਕਰਿਓ, ਤੇ ਸਰਕਾਰ ਨੇ ਇੱਕ ਮੈਸੇਜ ਭੇਜਿਆ। ਸਰਕਾਰ ਸ਼ਫਕਤ ਬਾਦ ਸਰਕਾਰ ਨੇ ਫਰਮਾਇਆ, ਨਸੀਰ ਖਾਂ ਤੂੰ ਸਾਈਆਂ ਵਾਲਾ ਹੈ। ਸਾਈਆਂ ਵਾਲਿਆਂ ਦੀ ਕਹਿਣ ਦੀ ਹਾਰ ਹੁੰਦੀ ਹੈ। ਵਾਹ ਜੀ। ਆਪਾਂ ਸਾਈਆਂ ਵਾਲੇ ਆ, ਸਾਡੇ ਗੱਲ 'ਚ ਪਟਾ ਹੋਵੇ ਪਾਇਆ ਮੌਲਾ ਦੀ ਨੇ, ਅਸੀਂ ਕਿਸੇ ਗਿੱਜੇ ਰੱਖੇ ਹੋਏ ਆ ਯਾਰ। ਇਹ ਸਾਨੂੰ ਕੁੱਤੇ ਬਿੱਲੇ ਭੌਂਕਣ ਦੀ ਕੋਈ ਪਰਵਾਹ ਨਹੀਂ। ਸਹੀ ਗੱਲ। हाँ, गिरते हैं मैदान जंग में हमेशा ही सासवार वजीफल क्या गिरे जो घुटनों के बल चले। वाह जी। कुछ सोची करी तारी हमने साहिल में कश्तियां, वरना हम भी जानते थे काफे साहिल में है। वाह जी वाह। सानू कोई नहीं ना दा, लेकिन जेड़ा आदमी साडे लागे अहले बैत दी जात घटाएगा, ਅਸੀਂ ਉਹਦੇ ਵਿੱਚੋਂ ਨਹੀਂ ਲੰਘ ਜਾਾਂਗੇ। ਵਾਹ ਜੀ। ਅਹਲੇ ਬੈਤ ਦੀ ਬਾਤ ਨਹੀਂ ਵਾਹ ਸੁਣਨੀ। ਜੀ ਵਾਹ। ਸਾਡੀ ਜਾਨ ਜਾਵੇ ਪਰ ਸਾਡੇ ਅਹਲੇ ਬੈਤ ਦਾ ਪਿਆਰ ਨਾ ਜਾਵੇ। ਵਾਹ ਜੀ ਵਾਹ। ਤੇ ਸ਼ੌਕ ਤੇ ਯਾਰ ਐਵੇਂ ਹੁੰਦੇ ਆ, ਤੂੰ ਪੁੱਤ ਲੱਗਣਾ ਟਾਈਮ ਪੂਰਾ। ਅੱਛਾ ਰਾਣਾ ਸਾਹਿਬ, ਇਹ ਦੋ ਤਿੰਨ ਸਵਾਲ ਮੇਰੇ ਜ਼ਿਹਨ 'ਚ, ਜਿਹੜੇ ਬੰਦੇ ਕੁੱਤਾ ਹਾਰ ਜਾਂਦੇ ਨੇ, ਉਹਨਾਂ ਨੂੰ ਮੁੜ ਕੇ ਦਵਾ ਦਾਰੂ ਵੀ ਨਹੀਂ ਕਰਦੇ, ਇਹਦੇ ਬਾਰੇ 'ਚ ਕੀ ਕਹੋਗੇ? ਤੇ ਇੱਕ ਮੈਨੂੰ ਪਰਸੋਂ ਬੰਦੇ ਦਾ ਮੈਸੇਜ ਆਇਆ, ਉਹਨੇ ਕਿਹਾ ਯਾਰ ਮੈਨੂੰ ਕਿਸੇ ਗਰੁੱਪ 'ਚ ਐਡ ਕਰੋ, ਮੇਰੇ ਕੋਲ 2-3 ਜਾਨਵਰ ਆ, ਕਿੰਨਾ ਕੁ ਖਰਚਾ ਆਏਗਾ? ਇਹਦੇ ਬਾਰੇ 'ਚ ਕੀ ਕਹੋਗੇ ਕਿ ਕਿੱਧਰ ਬੰਦੇ ਦੇ ਕੀ ਕਨਸੈਪਟ ਹੋ ਗਿਆ ਯਾਰ? ਕੋਈ ਖਰਚਾ ਨਹੀਂ, ਕੋਈ ਖਰਚਾ। ਸੁਣੋ, ਨਨਕਾਣੇ ਕਬੱਡੀ ਦਾ ਇੱਕ ਮੈਚ ਹੋ ਰਿਹਾ, ਤੇ ਮੇਰੇ ਕੋਲ ਆਏ, ਉਹਨੇ ਕਿਹਾ ਤੁਹਾਨੂੰ ਉੱਥੇ ਮਹਿਮਾਨੇ ਖੁਸ਼ੀ ਬੁਲਾਣਾ। ਮੈਂ ਕਿਹਾ ਜੀ ਮੈਂ ਆ ਜਾਵਾਂਗਾ। ਦੋਵੇਂ ਚੱਲ ਰਹੀਆਂ। ਮੈਨੂੰ ਕਹਿੰਦਾ ਕਿੰਨੇ ਪੈਸੇ ਲਾਓਗੇ? ਮੈਂ ਕਿਸ ਗੱਲ ਦੇ? ਆਖੇ ਆਉਣ ਦੇ। ਅੱਛਾ। ਮੈਂ ਕਿਹਾ ਸਟੇਜ ਦੀ ਕੁਰਸੀ ਥੋੜੀ ਆ, ਹੁਣ ਮੈਂ ਨਾਂ ਨਹੀਂ ਲੈਣਾ ਇੱਕ ਸਟਾਰ ਦਾ। ਉਹਨੇ ਕਿਹਾ ਸਾਡੇ ਕੋਲ 2 ਲੱਖ ਮੰਗਿਆ। ਮੈਂ ਕਿਹਾ ਉਹ ਗੋਲਾ ਸੀਗਾ, ਮੈਂ ਘੂਸ਼ਾ ਨਾਰੂ ਰਾਜਪੂਤ, ਮੇਰੇ ਵਾਸਤੇ ਸਟੇਜ ਦੀ ਕੁਰਸੀ ਬਹੁਤ ਆ। ਫਿਆਦ ਮੇਊ ਸਾਹਿਬ ਆ ਲਾਹੌਰ ਦਾ, ਉਹਦਾ ਵੀ ਚੈਨਲ ਹੈਗਾ FM ਵਾਲੇ। ਉਹਨੇ ਮੈਨੂੰ ਆਖਿਆ ਸਮੁੰਦਰੀ ਬੈਠੇ ਆ। ਉਹਨੇ ਕਿਹਾ ਰਾਣਾ ਸਾਹਿਬ ਜਿਹੜੇ ਇੰਟਰਵਿਊ ਲੈਣਾ ਉਹਦੇ ਕੋਲ ਪੈਸੇ ਮੰਗਿਆ ਕਰ। ਮੈਂ ਕਿਹਾ ਗੱਲ ਸੁਣ, ਮੇਰੇ ਦਿਨ ਰੱਬ ਨੇ ਕਹਿਣੇ ਆ, ਮੇਰਾ ਦਿਨ ਚੌਧਰੀਆਂ ਵਾਲਾ ਰਹਿਣ ਦੇ। ਹਾਏ ਹਾਏ ਹਾਏ। ਮੈਂ ਲੋਕਾਂ ਕੋਲ ਪੈਸੇ ਮੰਗਾ 50,000, ਮੇਰਾ ਮਿਆਰ ਨਹੀਂ ਬਣਦਾ, ਮੇਰਾ ਦਿਨ। ਉਹਨੇ ਕਿਹਾ ਉਹਨੇ ਪੈਸੇ ਮੰਗੇ ਸਟੇਜ ਤੇ ਬਹਿਣ ਦੇ। ਮੈਂ ਮੇਰਾ ਕੋਈ ਪੈਸਾ ਨਹੀਂ, ਗੱਡੀ ਕਲੋਨੀ ਖਲਾ ਦੇਣੇ, ਤੇ ਮੈਂ ਝੂਠ ਮਾਰ ਕੇ ਗੱਡੀ ਵੀ ਲੈ ਆਉਂ। ਗੱਡੀ ਵੀ ਲਿਆ, ਮੈਨੂੰ ਸਟੇਜ ਦੀ ਕੁਰਸੀ ਮਿਲ ਜੇ ਯਾਰ। ਲੋਕ ਪਤਾ ਨਹੀਂ ਜਿਹਨੇ ਐਡ ਹੋਣਾ ਉਹਨੂੰ ਕਿ ਮੇਰੇ ਨਾਲ ਆ ਜੇ, ਕੋਈ ਪੈਸਾ ਨਹੀਂ, ਕੋਈ ਪੈਸਾ ਨਹੀਂ। ਇਹ ਕਹਿੰਦਾ ਯਾਨੀ ਇਹ ਤੁਹਾਡੇ ਥਰੂ ਬਿਆਨ ਦੇਣਾ ਚਾਹੁੰਦੇ ਆ ਕਿ ਯਾਰ ਇਹਦੇ ਵਿੱਚ ਨਾ ਜੂਆ ਲੱਗਦਾ, ਨਾ ਪੈਸੇ ਲੱਗਦੇ, ਘਰੋਂ ਖਵਾਉਣਾ ਪੈਂਦਾ ਯਾਰ। ਦੇਖੋ ਜਿਹੜਾ ਆਦਮੀ 2 ਕੁੱਤੇ ਤਿਆਰ ਕਰਦਾ ਨਾ, ਮੈਂ ਗੱਲ ਕਵਾਂਗਾ, ਅਗਰ ਸਰ ਜਿਹੜਾ ਬੰਦਾ ਤੁਹਾਡਾ ਸਦਰ ਹੈ ਨਾ, ਹਾਂਜੀ, ਉਹਦੇ ਕੋਲ ਵਸਾਇਲ ਲੱਗੇ ਤੇ ਦੋਵਾਂ ਕੁੱਤਿਆਂ ਵਾਲੇ ਕੋਲ ਕਿਰਾਇਆ ਵੀ ਨਾ, ਉਹਨੂੰ ਕਿਰਾਇਆ ਦੇਵੇ। ਬਿਲਕੁਲ। 2 ਕੁੱਤਿਆਂ ਦਾ 1.5 ਲੱਖ ਖਰਚਾ ਮਹੀਨੇ ਦਾ। ਬਿਲਕੁਲ।
ਦੇਣਾ ਅਗਰ ਚਾਹੀਦਾ। ਸਦਰ ਦੀ ਤਾਕਤ ਰੱਖਦਾ, ਸਦਰ ਘਵਾਉਣ ਦਾ ਸ਼ੌਕ ਰੱਖਦਾ ਨਾ, ਜੇ ਕੱਲਾ ਬੀੜਾ ਖੋਲ ਕੇ ਇੱਕ ਮੁੱਛ ਤਾਂ ਇੱਕ ਥਾਂ ਲੱਕ ਟੁਣੂ ਟੁਣੂ, ਉਹ ਨਹੀਂ। ਅਗਰ ਸਦਰ ਦੀ ਔਕਾਤ ਰੱਖਦਾ ਤੇ 2-3 ਕੁੱਤੇ ਸਾਂਭਣ ਵਾਲੇ ਨੂੰ ਕਿਰਾਇਆ ਦਵੇ ਆਪ। ਦੇਣਾ ਚਾਹੀਦਾ ਯਾਰ ਉਹ ਤਾਂ ਕੁੱਤਾ ਸਾਂਭਦਾ 60,000 ਰੁਪਇਆ ਕੁੱਤਾ ਖਾਣ ਡਿਆ ਫੈਸਲ। ਬਿਲਕੁਲ ਇਹ ਮੂੰਹ ਦੂਏ ਬੰਨੇ ਲੈ ਤੇ ਰੱਬ ਬਿਲਕੁਲ। ਵਾਰਿਸ ਸ਼ਾਹ ਸਰਕਾਰ ਦਾ ਸ਼ੇਰ ਹੈ, ਜਦੋਂ ਪੈਣ ਪੀੜਾ ਮਰਦ ਵੰਡ ਲੈਂਦੇ ਪਰਦੇ ਆਸ਼ਿਕਾਂ ਦੇ ਰੱਬ ਕੱਜ ਸੀ ਆ। ਵਾਹ ਫੈਸਲ ਇਹਨਾਂ ਨੂੰ ਤੇ ਰੱਬ ਰਜਾਉਂਦਾ। ਰੱਬ ਰਜਾਂਦਾ। ਇਹ ਵੀ ਉਹਦੇ ਕੁੱਤੇ ਆ ਤੇ ਅਸੀਂ ਵੀ ਉਹਦੇ ਕੁੱਤੇ ਆ। ਤੁਹਾਡੇ ਵਾਲੀ ਗੱਲ ਕਿ ਘੋੜੇ ਦੀ ਤੇ ਕੁੱਤੇ ਦੀ ਭੁੱਖ ਕੋਈ ਨਹੀਂ ਦੇਖ ਸਕਦਾ। ਨਹੀਂ ਜੀ, ਦੱਸੀ ਨਹੀਂ ਕਿਸੇ ਨੇ ਜੀ। ਮੇਰੇ ਵਾਲੀ ਸਰਕਾਰ ਹੋਏ ਨਾ ਜੀ, ਹੂੰ ਤੇ ਉਰਸ ਲੱਗਾ ਜੀ ਆਪਦੇ ਮੁਰਸ਼ਦ ਦਾ, ਤੇ ਆਟੇ ਤੇ ਨਾ ਕੁੱਤਾ ਲੰਘ ਗਿਆ, ਪੈਰ ਰੱਖ ਗਿਆ। ਅੱਛਾ ਉਹਨਾਂ ਸਰਕਾਰ ਦੇ ਮੁਰਸ਼ਦ ਨੂੰ ਆਪਣੇ ਨੂੰ ਫਰਮਾਇਆ ਕਿ ਸਰਕਾਰ ਕੁੱਤਾ ਪੈਰ ਰੱਖਾ। ਮੇਰੇ ਸਰਕਾਰ ਉਹਨੇ ਕਿਹਾ ਮੇਰੇ ਵਾਲੀ ਨਾਲ ਗੱਲ ਕਰੋ। ਅੱਛਾ ਮੇਰੇ ਨੇ ਆਖਿਆ 2 ਪੇੜੇ ਵੱਖਰੇ ਕਰ ਲਓ। ਅੱਛਾ ਉਹ ਵੱਖਰੇ ਕਰ ਲਿਓ, ਪਕਾ ਲੇ। ਉਹ ਮੇਰੇ ਵਾਲੀ ਨੇ ਖਾ ਲੇ। ਜਦੋਂ ਮੇਲਾ ਮੁੱਕਿਆ ਤੇ ਉਹਨਾਂ ਨੇ ਆਖਿਆ ਜੀ ਉਹ ਸਰਕਾਰ ਵੇਖ ਲਓ ਜੀ, ਮੇਰੂ ਨੇ ਕੀਤਾ, ਸ਼ਰੀਕ ਸੀ ਨਾ, ਅੱਛਾ ਮੇਹਰ ਵਾਲੀ ਨੂੰ ਮੇਰੂ ਕਹਿਣ। ਹਾਂ ਉਹਨਾਂ ਨੇ ਕੀ ਕੀਤਾ? ਉਹਨਾਂ ਪੁੱਛਿਆ, ਸੱਦਿਆ, ਉਹਨੇ ਕਿਹਾ ਵੀ ਮੇਰੇ ਵਾਲੀ ਇਤਰਾਜ਼ ਕਰਦੇ। ਉਹਨੇ ਕਿਹਾ ਸਰਕਾਰ ਉਹ ਵੀ ਤੁਹਾਡਾ ਕੁੱਤਾ, ਮੈਂ ਵੀ ਤੁਹਾਡਾ ਕੁੱਤਾ। ਹਾਂ ਫਿਰ ਕਿੱਥੇ ਮੇਰ ਵਾਲੀ, ਕਿੱਥੇ ਤੇਰੀ ਸੁਨਾਏ ਗਸਾਗ ਹਕੀਆਂ, ਕਿੱਥੇ ਜਾ ਲੜੀਆਂ। ਆਏ ਹਾਏ ਉਹ ਸਾਰੀਆਂ ਖੱਚ ਸ਼ਰੀਕ ਉੱਥੇ ਹੀ ਰਹਿ ਗਏ। ਮੇਰ ਵਾਲੀ ਅਰਸ਼ ਤੇ ਚੱਲ ਗਿਆ। ਆਏ ਹਾਏ ਇਹ ਮੈਂ ਮਾਰਨੀ ਪੈਂਦੀ ਆ ਮੁਰਸ਼ਦ ਦੇ ਦਰ ਤੇ ਜਾ ਵਾਹ ਕੇ। ਜੀ ਵਾਹ। ਐਨ ਇਸ਼ਕ ਦੇ ਮਗਰ ਜਿਹੜੇ ਨਸ਼ਰ ਹੋਏ ਪਰਦਾ, ਉਹਨਾਂ ਦਾ ਕਿਸੇ ਨੇ ਪਾੜਨਾ ਕੀ। ਹੂੰ ਇਸ਼ਕ ਕਰਨਾ ਹੁੰਦਾ, ਇਸ਼ਕ ਨਹੀਂ ਪੁੱਛਦਾ। ਹੂੰ ਜੇ ਇਸ਼ਕ ਕਰਨਾ ਨਾ ਹੁੰਦਾ ਤੇ ਬੁੱਲੇ ਸ਼ਾਹ ਰਾਈਆਂ ਗਿਰੇ ਨੱਚਦਾ। ਵਾਹ ਜੀ ਵਾਹ। ਵਾਹ ਜੀ ਆਪਣੀ ਅਮਾਨਤ ਲੈਣ ਗਿਆ, ਸਾਈਆਂ ਨੇ ਚਾਹਤਾ। ਹੂੰ ਅਮਾਨਤ ਤਾਂ ਬੁੱਲੇ ਸ਼ਾਹ ਦੀ ਸੀ। ਅੱਛਾ ਨਹੀਂ ਉਹਨੂੰ ਰਾਈਆਂ ਅਮਾਨਤ, ਰਾਈਆਂ ਪੀਰ ਨਹੀਂ ਬਣਾਇਆ ਬੁੱਲੇ ਸ਼ਾਹ ਨੇ। ਨਹੀਂ ਉਹ ਨਾਇਤ ਅਲੀ ਨੂੰ ਬੁੱਲੇ ਸ਼ਾਹ ਦੇ ਕਿਸੇ ਖਾਨਦਾਨ ਨੇ ਦਿੱਤੀ। ਉਹਨੇ ਕਿਹਾ ਕਿ ਮੇਰਾ ਆਏਗਾ, ਮੇਰੀ ਅਮਾਨਤ ਉਹਨੂੰ ਦੇ ਛੱਡੀ। ਅੱਛਾ ਨਹੀਂ ਉਹ ਅਮਾਨਤ ਬੁੱਲੇ ਸ਼ਾਹ ਦੀ ਸੀ। ਵਾਹ ਜੀ ਵਾਹ। ਲੇਕਿਨ ਉਹਨੇ ਮੰਨ ਕੇ ਦੱਸਿਆ। ਹੂੰ ਤੇ ਐਵੇਂ ਦਿਲ 'ਚ ਖਿਆਲ ਆਇਆ ਕਿ ਪੀਰ ਨਾਇਤ ਅਲੀ ਗੰਢੇ ਲਾਉਣ ਡਏ ਸੀ। ਹੂੰ ਤੇ ਉਹਨਾਂ ਨੇ ਪੁੱਛਿਆ ਵੀ ਰੱਬ ਨੂੰ ਪਾਉਣਾ, ਤੇ ਉਹ ਇਹ ਤੇ ਰਾਈ ਇਧਰੋਂ ਇੱਧਰ ਲਾਉਣ ਡਿਆ। ਉਹਨੇ ਪੁੱਛਿਆ ਸਰਕਾਰ ਰੱਬ ਨੂੰ ਪਾਉਣਾ, ਤੇ ਮੇਰੇ ਉਹ ਨਜ਼ਰ ਵਾਲੇ ਸੀ ਅੱਛਾ ਨਾਇਤ ਅਲੀ। ਉਹਨੇ ਕਿਹਾ ਬੁੱਲਿਆ ਰੱਬ ਦਾ ਕੀ ਪਾਉਣਾ, ਹੂੰ ਇਧਰੋਂ ਪੁੱਟਣਾ ਤੇ ਇੱਧਰ ਲਾਉਣਾ। ਅੱਛਾ ਰੱਬ ਦਾ ਕੀ ਪਾਉਣਾ। ਉਹਨੇ ਕਿਹਾ ਓਹੋ, ਇਹ ਤੇ ਅਸਲੀ ਪੁੱਤ ਗੱਲ ਸੁਣਨਾ, ਪੀਰ ਮਰੀਦਾਂ ਦੇ ਸਿਰ ਤੇ ਰਹਿੰਦਾ, ਪੀਰ ਮਰੀਜ਼ ਝੂਠੇ ਹੋਣ ਦਾ ਸੱਚੇ। ਉਹ ਪੀਰ ਕਿਹੜਾ ਜਿਹਨੂੰ ਇਹ ਨਾ ਪਤਾ ਮੇਰਾ ਮਰੀਜ਼ ਕਿਸ ਹਾਲ 'ਚ। ਆਏ ਹਾਏ ਹਾਏ। ਉਹ ਪੀਰ ਫੌਤ ਨਹੀਂ ਹੁੰਦਾ, ਪੀਰ ਪਰਦਾ ਕਰਦਾ। ਪਰਦਾ ਕਰਦਾ। ਜਦੋਂ ਵਾਰਿਸ ਸ਼ਾਹ ਸਰਕਾਰ ਤੇ ਫਤਵਾ ਲੱਗਾ ਨਾ, ਹਾਂਜੀ ਕਾਰੀਆਂ ਲੈ ਜੀ ਕੁਫਰ ਫੈਲਾਉਂਦਾ ਹੈ, ਹਾਂਜੀ ਠੀਕ ਹੈ ਜੀ। ਸਾਰੇ ਤੇ ਕਤਲ ਕਰਨ ਦੀ ਸਾਜ਼ਿਸ਼ ਬਣ ਗਈ ਅੱਛਾ ਫੈਸਲ। ਅੱਛਾ ਤੇ ਮਖਦੂਮ ਭਾਪ ਸਰਕਾਰ ਦੇ ਪੀਰ ਪਰਦਾ ਕਰ ਗਏ। ਆਪ ਆਏ ਨੇ ਖਾਬ ਚੋਂ, ਉਹਨੇ ਕਿਹਾ ਵਾਰਿਸ ਬਾਹਰ ਆ ਜਾਓ। ਹੂੰ ਠਾਲ ਕੇ ਲੈ ਗਏ ਉੱਥੇ, ਉਸੇ ਕਾਰੀ ਦਾ ਪੁੱਤ ਪੈ ਗਿਆ। ਉਹਨੇ ਕਾਰੀ ਦਾ ਪੁੱਤ ਕੀ ਰੌਲਾ? ਮਾਰਿਆ। ਅੱਛਾ ਉਹ ਉੱਥੇ ਕਾਰੀ ਦਾ ਪੁੱਤ ਪਾਤਾ ਜਿਹੜਾ ਉਹਦੇ ਖਿਲਾਫ ਫਤਵੇ ਲਾਉਂਦਾ ਸੀ। ਇੱਧਰ ਵੀ ਤੇ ਮੁਰਸ਼ਦ ਨੇ ਅੱਛਾ ਪਰਦੇ ਜਾਣ ਕੇ ਪਰਦਾ ਕਰਕੇ ਦੁਨੀਆ ਤੋਂ। ਉਹਨੇ ਕਿਹਾ ਵਾਰਿਸ ਬਾਹਰ ਆ ਜਾ। ਉਹ ਵਾਰਿਸਾਂ ਨੂੰ ਠਾਲ ਕੇ ਲੈ ਗਏ। ਅੱਛਾ ਉਹ ਵੇਖਿਆ ਤੇ ਉੱਥੇ ਬਿਸਤਰਾ ਖਾਲੀ ਸੀ, ਉੱਥੇ ਕਾਜੀ ਦਾ ਪੁੱਤ ਪੈ ਗਿਆ। ਅੱਛਾ। ਬਾਂਗਾਂ ਵਾਲੇ ਉਹਨੂੰ ਪਹਿਲੋਂ ਉਹਨਾਂ ਕਾਜੀ ਦਾ ਪੁੱਤ ਮਾਰਤਾ। ਹੂੰ ਉਹਨੇ ਕਿਹਾ ਅੱਜ ਮਰ ਗਿਆ, ਅੱਜ ਨਹੀਂ। ਜਦੋਂ ਅਜ਼ਾਨ ਹੋਈ ਤੇ ਆਪ ਇੱਕ ਕਲਾਮ ਪੜ੍ਹਦੇ ਸੀ, ਵਾਰਸਾ ਬਦਲੇ ਮਿਲਣਗੇ ਕਰਨੀਆਂ ਭਰਨੀਆਂ ਦੇ ਮਾਲਨਾਮੇ ਜੋ ਹੱਥਾਂ ਵਿੱਚ ਫੜਨਗੇ। ਹੂੰ ਵਾਰਸ ਉਹ ਜਦੋਂ ਵੇਖਿਆ ਤੇ ਕਾਜੀ ਦਾ ਪੁੱਤ ਕਤਲ ਹੋ ਗਿਆ। ਹੂੰ ਜੋ ਬੀਜਿਆ ਵੱਢਣਾ ਨਾ ਜੀ। ਵੱਢਣਾ ਠੀਕ ਹੈ, ਮੁਰਸ਼ਦ ਜਿੰਦਾ ਹੁੰਦਾ ਜੀ, ਮੁਰਸ਼ਦ ਹੀ ਮਰਦਾ। ਤੁਸੀਂ ਅੱਗੇ ਗੱਲ ਕੀਤੀ ਆਫ ਦੀ ਰਿਕਾਰਡ, ਮੇਰੇ ਜ਼ਿਹਨ 'ਚ ਬਹਿ ਗਈ ਕਿ ਤੁਸੀਂ ਹੁਣ ਤੇ ਥੋੜੀ ਬਹੁਤੀ ਰੌਣਕ ਹੋ ਗਈ। ਜਦੋਂ ਤੁਸੀਂ ਡੇਰਾ ਬਣਾਇਆ ਤਾਂ ਕੁਝ ਵੀ ਨਹੀਂ ਜੀ, ਕੋਈ ਵੀ ਤੁਸੀਂ ਕਿਹਾ ਨਾ ਮੈਂ ਕਿਸੇ ਦਾ ਨੁਕਸਾਨ ਕੀਤਾ, ਨਾ ਮੇਰਾ ਹੋਇਆ। ਬਿਲਕੁਲ ਨਹੀਂ ਜੀ, ਬਿਲਕੁਲ ਸੋਚਿਆ ਵੀ ਨਹੀਂ ਜੀ। ਨਾ ਕਿਸੇ ਦੀ ਧੀ ਭੈਣ ਨੂੰ ਛੇੜਿਆ, ਨਾ ਸਾਡੀ ਵੀ ਛੇੜਿਆ ਜੀ। ਮਹਿਫੂਜ਼ ਆ। ਦੇਖੋ ਇੱਕ ਕਬੂਤਰ ਆ ਨਾ, ਪਰਿੰਦਾ ਹਾਂਜੀ ਤੇ ਧੀ ਆ। ਹੂੰ ਇੱਕ ਮਨੇਂਦਾ, ਹੁਣ ਲੋਕ ਬਾਜੀ ਡਾਉਂਦੇ, ਕਬੂਤਰ ਛੱਡਦੇ, ਕਬੂਤਰ ਅੱਲਾ ਹੀ ਸਪੁਰਦੇ। ਅੱਲਾ ਦੇ ਸਪੁਰਦ। ਧੀ ਪਣ ਜਾਂਦੀ ਅੱਲਾ ਹੀ ਸਪੁਰਦੇ। ਅੱਲਾ ਦੇ ਸਪੁਰਦ। ਇਹਨੂੰ ਰੱਬ ਪੜਦੇ ਕੱਜਣੇ। ਰੱਬ ਨੇ ਤਾਂ ਅਸੀਂ ਅੱਲਾ ਦੇ ਫੇਰ ਕੱਜਿਆ ਲੋਕਾਂ ਦਾ, ਰੱਬ ਸਾਡੇ ਵੀ ਕੱਜੀ ਆ। ਕੱਜੀ ਜਾਂਦਾ ਕੱਜੀ ਜਾਂਦਾ। ਵਾਹ ਜੀ ਜੋ ਕੀਤਾ ਵਾਰਸ ਉਹ ਲੈਣਾ ਜੀ। ਹੂੰ ਜੋ ਕੁਝ ਬੀਜਣ ਇਸ ਜਹਾਨ ਉੱਤੇ ਉੜਕ ਨੂੰ ਹੋਈ ਵੱਢ ਲੈਣਗੇ ਨਹੀਂ। ਵਾਰਸਾ ਬਦਲੇ ਮਿਲਣਗੇ ਕਰਨੀਆਂ ਭਰਨੀਆਂ ਦੇ ਮਾਲਨਾਮੇ ਜੋ ਹੱਥਾਂ ਵਿੱਚ ਫੜਨਗੇ। ਵਾਹ ਜੀ ਜੋ ਕੀਤਾ ਉਹ ਲੈਣਾ ਜੀ, ਤੇ ਲੈ ਕੇ ਜਾਣਾ। ਅੱਲਾ ਤੈਨੂੰ ਖੁਸ਼ ਰੱਖੇ ਜੀ। ਅੱਜ ਅਸੀਂ ਸਿਆਲਕੋਟ ਜਾ ਰਹੇ ਹਾਂ ਜੀ, ਫੈਸਲ ਪ੍ਰਦੇਸ਼। ਸਿਆਲਕੋਟ ਜਾ ਸ਼ੌਕ ਤੇ ਵਿਖਾਓ ਆਪਣਾ ਜ਼ਰਾ। ਬਖਤਾਵਰ ਲੈ ਗਿਆ ਯਾਰ ਵੀਡੀਓ। ਸ਼ੌਕ ਵਿਖਾਓ ਜਰਾ ਦੋਸਤਾਂ ਨੂੰ, ਕੁੱਤੇ ਛੁੱਤੇ ਦੋਸਤੋ ਚੈੱਕ ਕਰੋ। ਆ ਡੇਰਾ ਰਾਣਾ ਨਸੀਰ ਸਾਹਿਬ ਦਾ ਦੋਸਤੋ, ਮਾਸ਼ਾਅੱਲਾ ਕਾਫੀ ਰੌਣਕਾਂ ਲੱਗੀਆਂ ਹੋਈਆਂ। ਤੇ ਇਹਨਾਂ ਦਾ ਜਿਹੜਾ ਡਾਇਲੋਗ ਵੀ ਮਸ਼ਹੂਰ ਹੈ ਸੀ, ਡਾਂਗ ਤੇ ਡੇਰਾ ਦੇਖ ਲਓ ਓਪਨ ਹਰ ਸ਼ੈ। ਤੇ ਇਹ ਪਿੱਛੇ ਰਹੀ ਥੋੜਾ ਪੈਂਦਾ ਵੀ ਆ ਹੈ ਤੋਂ ਲੀਡ ਪਾ ਕੇ ਲਿਆਉਂਦਾ ਬਖਤਾਵਰ। ਲਿਆ ਇਹਨੂੰ ਲਿਆ ਹੁੰਦਾ ਇੱਧਰ। ਇਹ ਫੈਸਲਾ ਪ੍ਰਦੇਸ਼ ਦਾ ਇੰਟਰਵਿਊ ਲੈਂਦਾ ਹੁੰਦਾ। ਕੀ ਹਾਲ ਹੈ ਜੀ? ਠੀਕ। ਅੱਜ ਸਿਆਲਕੋਟ ਦਾਵਤ ਤੇ ਜਾਣਾ। ਉਹ ਬਹਿ ਹੁਣ ਫਿਰ ਬਦਲ ਗਿਆ। ਗਰਮੀ ਆ, ਮੈਂ ਕਿਹਾ ਜਰਾ ਥੋੜਾ ਜਿਹਾ ਹੁਣ ਮਾਹੌਲ ਚੇਂਜ ਕਰੀਏ। ਚੈੱਕ ਕਰੋ ਜੀ ਦੋਸਤੋ, ਆ ਭਾਈ ਵੱਡਾ ਡੇਰਾ ਮੇਰਾ। ਸਾਹਿਬ। ਅੱਛਾ ਅੱਛਾ। ਇਹਦੇ 3 ਭਾਈ ਆ, ਇੱਕ ਬੇਟਾ, 3 ਇੱਕ ਪੈਰਸ ਆ, ਇੱਕ ਸਾਊਦੀ। ਜਿਹਦੇ ਅੱਗੇ ਗੱਲ ਕਰਨੇ ਕੁੱਤੇ ਮਾਮਲਾ ਦੱਸਣ ਡਿਆ, ਉਹ ਇਹਦਾ ਬੇਟਾ। ਅੱਜ ਇਹਦੇ ਰਾਹੀਂ ਕੁੱਤਾ ਆਇਆ। ਅੱਛਾ ਅੱਛਾ। ਆਹ ਉਹਦਾ ਬੇਟਾ ਲਾਹੌਰ ਸਾਊਦੀ, ਉਹਦਾ ਹੀ ਕੰਮ। ਚੈੱਕ ਕਰੋ ਜੀ ਦੁਆ ਪਤਾ ਦੋਸਤੋ, ਨਹੀਂ ਆ ਵੱਜਾ ਨਸੀਰ ਸਾਹਿਬ ਦਾ ਡੇਰਾ ਜੀ।
ਬਖਤਾਵਰ ਨਾਲ ਤੁਹਾਨੂੰ ਇਹਨਾਂ ਦਾ ਹੁਣ ਸ਼ੌਕ ਉਹ ਵੀ ਵਿਖਾਉਂਦੇ ਬਖਤਾਵਰ। 4 ਤੋਂ 5 ਇਹਨਾਂ ਦੇ ਕੋਲ ਬੁੱਲੀ ਡੋਗ ਆ ਕੋਲਾ ਦੋਸਤੋ, ਬਖਤਾਵਰ ਘੋੜੇ ਕਿੱਥੇ ਬੰਨੇ ਆ? ਘੋੜਾ ਇੱਕ ਤੇ ਅੰਦਰ ਜੇ ਚੱਲ ਜਾਓ, ਅੱਛਾ ਇੱਕ ਅੰਦਰ ਤੇ ਘੋੜੀਆਂ ਉਹ ਚੁਗਣੀਆਂ ਮਰੂਦ ਇਹ ਥੱਲੇ ਕਰ ਲੈਣਾ ਗੁਰੀ ਨੰਗ ਨਾ ਗੋਬਰ ਜਾਨ ਲਵਾ ਦੇ। ਆ ਵੀ ਹੈ ਜੀ ਇੱਕ ਨਹੀਂ ਨਹੀਂ ਆਇਆ ਅੰਦਰ ਅੰਦਰ ਆ ਫਾਰਮ ਦੇ ਵਿੱਚ ਆ ਚੈੱਕ ਕਰੋ ਜੀ ਦੋਸਤੋ, ਆਹ ਇਹਨਾਂ ਦਾ ਡੇਰਾ ਸ਼ੇਰਾ ਵਾ, ਘੋੜਾ ਨਹੀਂ ਜੀ ਇਹ ਮੱਝਾਂ ਇਹਨਾਂ ਦੀ, ਉਹ ਘੋੜਾ ਹੈ ਕਿੰਨਾ ਕੋ ਇੱਥੇ ਬੱਜਾ ਬੈਠੇ ਆ ਨੂਵੇਂ ਇਹ ਰਾਣਾ ਨਸੀਰ ਸਾਹਿਬ ਦੇ ਉਹਨਾਂ ਘੋੜੇ। ਬੇਟੇ ਨੇ ਘੋੜੀ ਆ। ਆਰਫ ਨੂਵੇਂ ਕੇ ਬਰਖੁਰਦਾਰ ਦਾ ਚੱਕ ਬਹੁਤ ਰੋਡ ਚਲੋ ਆ ਹੀ ਵਿਖਾ ਦੇ ਨੱਚਦਾ ਜ਼ਮਾਨੇ ਹੈ ਵੇਖੇ ਆ ਵੇਖੋ ਜੀ ਆ ਇਹਨਾਂ ਦਾ ਸ਼ੌਕ ਸ਼ਿਕਾਰ ਆਏ ਉਹ ਉੱਥੇ ਕੋਲੇ ਦਾ ਹੀ ਹਾਂ ਜਾਓ ਪੂਰਾ ਸਵਾਰ ਤਿਆਰ ਆ ਜੀ ਨਾ ਪੁੱਤ ਇਹ ਓਏ ਰਾਣਾ ਨਸੀਰ ਸਾਹਿਬ ਦਾ। ਕਿੱਥੇ ਚੱਲੇ ਮੈਚ ਤੇ ਗਈ? ਲੇਟ ਹੈ ਦਿਖਾ ਦੇ ਕਿੱਧਰ ਨੂੰ ਗਏ ਜੀ ਨਹੀਂ ਫਿਰ ਇੱਥੋਂ ਮੇਰੇ ਕਿੰਨਾ? ਮੰਗੇ ਅੱਛਾ 24.5 ਕਿਲੋ ਚੈੱਕ ਕਰੋ ਜੀ 24.5 ਕਿਲੋ ਮਾਸ਼ਾਅੱਲਾ ਦੁੱਧ ਇਹਨਾਂ ਦਾ ਅੱਛਾ ਕੱਲੀ ਦਾ ਹੋਇਆ ਜੀ ਨਮਾਇਸ਼ ਤੇ ਗਈ ਸੀ। ਇਹ ਕਿਦੋਂ ਲਿਆਂਦੀ ਫਿਰ? ਚਲੋ ਅੱਲਾ ਖੈਰ ਅੱਛਾ ਕਿੰਨੇ ਦੀ ਆਈ? ਬੜਾ ਕੁਛ ਆ ਜੀ ਵਾਹ ਜੀ ਵਾਹ। ਅਸ਼ਾਂਗਾ ਹੋ ਫਿਰ ਸੰਗਣੀ ਹੋ ਜਾਏਗੀ ਅਸਲੀ ਨਾ ਇਹ ਚਲੋ 10 ਕਿਲੋ ਦਿਖਾਓ ਜੀ, ਮੈਂ ਰਾਣਾ ਸਾਹਿਬ ਨੂੰ ਸੱਦਾ ਰੱਖ